ओके भी शुरू करते हैं। सो ਆਪਾਂ ਅੱਜ ਵੇਖਣਾ ਵਾ ਬਾਰ ਗ੍ਰਾਫ ਕਿਵੇਂ ਲਿਖਦੇ ਹੁਣ ਆਪਾਂ ਨੂੰ ਪਤਾ ਵਾ ਕਿ ਆਪਣੇ ਕੋਲ ਦੋ ਤਰੀਕੇ ਦੇ ਟ੍ਰੈਂਡ ਹੁੰਦੇ ਆ। ਇੱਕ ਹੁੰਦਾ ਵਾ ਹਾਈਐਸਟ ਲੋਐਸਟ ਟ੍ਰੈਂਡ, ਇੱਕ ਹੁੰਦਾ ਵਾ ਇੰਕਰੀਜ਼ਿੰਗ ਡਿਕਰੀਜ਼ਿੰਗ ਟ੍ਰੈਂਡ। ਕਿਵੇਂ ਪਤਾ ਲੱਗੂ ਕੋਈ ਚਾਰਟ ਹਾਈਐਸਟ ਲੋਐਸਟ ਹੈ ਕਿ ਇੰਕਰੀਜ਼ਿੰਗ ਡਿਕਰੀਜ਼ਿੰਗ? ਜੇ ਕਿਸੇ ਚਾਰਟ ਦੇ ਵਿੱਚ 1 ਸਾਲ ਵਾ ਜਾਂ ਕੋਈ ਸਾਲ ਨਹੀਂ ਗਾ ਉਹ ਹਾਈਐਸਟ ਲੋਐਸਟ ਹੋਊਗਾ। ਜੇ ਆਪਣੇ ਕੋਲ ਚਾਰਟ ਦੇ ਵਿੱਚ 2 ਸਾਲ ਵਾ ਜਾਂ 2 ਤੋਂ ਜ਼ਿਆਦਾ ਸਾਲ ਵਾ 2+ ਈਅਰਸ ਵਾ ਤੇ ਉਹ ਇੰਕਰੀਜ਼ਿੰਗ ਡਿਕਰੀਜ਼ਿੰਗ ਟ੍ਰੈਂਡ ਹੋਊਗਾ। ਹੁਣ ਭਾਵੇਂ ਦੋਨੋਂ ਬਾਰ ਗ੍ਰਾਫ ਹੋਣ, ਲਿਖਣ ਦਾ ਤਰੀਕਾ ਦੋਨਾਂ ਨੂੰ ਅਲੱਗ ਹੋਊਗਾ। ਕਿਵੇਂ ਵੇਖੋ, ਪਹਿਲਾਂ ਵੇਖਦੇ ਆ ਕਿ ਹਾਈਐਸਟ ਲੋਐਸਟ ਚਾਰਟ ਹੋਵੇ। ਜੇ ਮੰਨ ਲਓ ਆਪਣੇ ਕੋਲ ਆਹ ਬਾਰ ਗ੍ਰਾਫ ਆ ਗਿਆ, ਹੁਣ ਇਹਦੇ 'ਚ ਵੇਖੋ ਆਪਣੇ ਕੋਲ ਸਾਲ ਇੱਕ ਹੀ ਆ 2010, ਠੀਕ ਆ। ਤੇ ਚਾਰਟ ਦੇ ਵਿੱਚ ਕੀ ਆ ਆਪਣੇ ਕੋਲ, ਮੈਂ ਕੀ ਕਰਦਾ ਹੁੰਦਾ ਵਾ ਜਿਹੜਾ ਵੀ ਟੌਪਿਕ ਆਪਾਂ ਨੂੰ ਹਾਈਐਸਟ ਲੋਐਸਟ ਟ੍ਰੈਂਡ 'ਚ ਆ ਜੇ ਨਾ ਉਹਨੂੰ ਟੇਬਲ ਚਾਰਟ ਕਨਵਰਟ ਕਰਕੇ ਦੇਖ ਲੈਂਦਾ। ਉਹਦੇ ਨਾਲ ਕੀ ਆ ਡੇਟਾ ਸਮਝਣਾ ਈਜ਼ੀ ਹੋ ਜਾਂਦਾ ਵਾ। ਕਿਵੇਂ ਵੇਖੋ, ਆਪਣੇ ਕੋਲ ਕੀ ਆ ਗਿਆ, ਆਪਣੇ ਕੋਲ ਆ ਗਿਆ ਇੰਗਲੈਂਡ, ਸਕਾਟਲੈਂਡ, ਵੇਲਸ ਤੇ ਨਾਰਦਰਨ ਆਇਰਲੈਂਡ। ਪੂਰਾ ਚਾਰਟ ਲਿਖ ਕੇ ਵੇਖਾਂਗੇ ਆਪਾਂ। ਆਪਣੇ ਕੋਲ ਆ ਗਿਆ ਸੈਲਫ ਕੇਟਰਿੰਗ, ਕੈਰਾਵਾਨ, ਕੈਂਪਿੰਗ ਤੇ ਹੋਟਲ। ਹੁਣ ਡੇਟਾ ਕਿਵੇਂ ਆ ਗਿਆ ਆਪਣੇ ਕੋਲ, ਆਪਾਂ ਜੇ ਸਿਰਫ ਸੈਲਫ ਕੇਟਰਿੰਗ ਦਾ ਡੇਟਾ ਵੇਖੀਏ, ਸੈਲਫ ਕੇਟਰਿੰਗ ਦਾ ਡੇਟਾ ਆਪਣੇ ਕੋਲ ਹੈਗਾ 27, 30, 28 ਤੇ ਕੁਝ 12, ਠੀਕ ਹੈ। ਕੈਰਾਵਾਨ ਦਾ ਡੇਟਾ ਆਪਣੇ ਕੋਲ ਕੀ ਆ ਗਿਆ 5, 12, 8, 31। ਕੈਂਪਿੰਗ ਦਾ ਡੇਟਾ ਕੀ ਆ 12, 5, ਕੁਝ 15 ਤੇ ਕੁਝ 12। ਤੇ ਹੋਟਲ ਦਾ ਡੇਟਾ ਆਪਣੇ ਕੋਲ ਆ ਗਿਆ 55, 52, 49 ਤੇ 45। ਹੁਣ ਆਪਾਂ ਕੀ ਕਰ ਲਿਆ, ਆਪਾਂ ਬਾਰ ਗ੍ਰਾਫ ਨੂੰ ਟੇਬਲ ਚਾਰਟ ਕਨਵਰਟ ਕਰ ਲਿਆ। ਹੁਣ ਬੜੇ ਧਿਆਨ ਨਾਲ ਸਮਝੋ। ਸਭ ਤੋਂ ਪਹਿਲਾਂ ਵੇਖਦੇ ਹਾਂ ਕਿ ਇਹਦੀ ਇੰਟਰੋਡਕਸ਼ਨ ਕਿਵੇਂ ਬਣੂਗੀ, ਠੀਕ ਹੈ। ਹੁਣ ਆਪਣੇ ਕੋਲ ਟੌਪਿਕ ਇਹ ਹੈ ਕਿ ਕਿੰਨੇ ਪਰਸੈਂਟ ਲੋਕ ਕਿਹੜੀ ਕਿਹੜੀ ਜਗ੍ਹਾ ਤੇ ਇਹ ਕਿਹੜੇ ਕਿਹੜੇ ਦੇਸ਼ ਦੇ ਵਿੱਚ। ਸੋ ਇੰਟਰੋ ਪਰ ਬਣਾਵਾਂਗੇ, ਪੂਰਾ ਟਾਸਕ ਲਿਖਾਂਗੇ। ਇੰਟਰੋ ਬਣੂਗੀ ਦ ਬਾਰ ਗ੍ਰਾਫ illustrates how many people, मैं ਤੁਹਾਨੂੰ ਇੱਕ ਬੜੀ ਜ਼ਬਰਦਸਤ ਚੀਜ਼ ਕਹਾਂਗਾ, ਵੇਖਿਓ ਧਿਆਨ ਨਾਲ। how many people, ठीक है, आप होंगे in percent stayed in 4 different accommodations। ਆਪਾਂ कॉलम्स पाके accommodations ਦਾ ਨਾਮ ਲਿਖਾਂਗੇ ਸੈਲਫ ਕੇਟਰਿੰਗ, ਕੈਰਾਵਾਨ, ਕੈਂਪਿੰਗ, ਹੋਟਲ, ठीक है। in कंट्रीज ਦੇ ਨਾਮ ਇੰਗਲੈਂਡ, स्कॉटलैंड, वेल्स एंड नॉर्दर्न आयरलैंड इन 2010। क्लियर। हुण इंट्रो वेखण च ना थोड़ी अलग लगूगी काफ़ी जने नूं, पर हैगी सेम आ। ज़्यादातर जने इंट्रो किवें लिखदे आ, वो बोलदे आ द बार ग्राफ इलस्ट्रेट्स द नंबर ऑफ पीपल। मैं द नंबर ऑफ पीपल ही लिखदा। मैं की करदा वा क्वेश्चन टाइप सेंटेंस में उन्होंने कर देना वा हाउ मैनी पीपल। ज़्यादातर स्टूडेंट्स एंड पे लिखते हैं द डेटा इज कैलिब्रेटेड इन परसेंटेज। ਆਪਾਂ ਐਂਡ ਤੇ ਇੱਕ ਛੋਟਾ ਸਿੰਪਲ ਸੈਂਟੈਂਸ ਬਣਾਉਣ ਦੀ ਜਗ੍ਹਾ ਤੇ ਜੇ ਬ੍ਰੈਕਟਸ ਯੂਜ਼ ਕਰ ਲਈਏ, ਬ੍ਰੈਕਟਸ ਵਿੱਚ ਪਰਸੈਂਟੇਜ ਪਾ ਦਈਏ, ਜਿੱਥੇ ਤੁਹਾਡਾ ਸਬਜੈਕਟ ਆਇਆ ਪੀਪਲ ਉਹਦੇ ਨਾਲ ਆ ਜਾਊਗਾ ਪਰਸੈਂਟੇਜ। ਹਾਊ ਮੈਨੀ ਪੀਪਲ ਇਨ ਪਰਸੈਂਟ ਸਟੇਡ ਇਨ 4 ਡਿਫਰੈਂਟ ਅਕੋਮੋਡੇਸ਼ਨ। ਜ਼ਿਆਦਾਤਰ ਜਣੇ ਇੱਥੇ ਲਿਖਦੇ ਆ ਨੇਮਲੀ। ਮੈਂ ਨੇਮਲੀ ਜਗ੍ਹਾ ਕੀ ਕਰ ਦਿੰਦਾ ਵਾ ਕਾਲਮਸ ਪਾ ਦਿੰਦਾ ਵਾ। ਤੇ ਮੇਰੀ ਇੰਟਰੋ 'ਚ ਕੁਐਸਚਨ ਟਾਈਪ ਸੈਂਟੈਂਸ ਵੀ ਆ ਜਾਂਦਾ ਵਾ, ਮੇਰੀ ਇੰਟਰੋ ਦੇ ਵਿੱਚ ਪੰਕਚੁਏਸ਼ਨ ਵੀ ਆ ਜਾਂਦੇ ਆ, ਥੋੜੀ ਐਡਵਾਂਸਡ ਹੋ ਜਾਂਦੀ ਹੈ ਨਾਰਮਲ ਇੰਟਰੋ ਨਾਲ, ਠੀਕ ਆ। ਆ ਆਪਣੀ ਬਣ ਗਈ ਇੰਟਰੋਡਕਸ਼ਨ। ਇਹਦਾ ਓਵਰਆਲ ਬਣਾਉਣਾ ਵਾ ਹੁਣ, ਕਿਉਂਕਿ ਆਪਣੇ ਕੋਲ ਧਿਆਨ ਦਿਓ ਓਵਰਆਲ ਦੇ ਵਿੱਚ ਸਭ ਤੋਂ ਵੱਡਾ ਡਿਫਰੈਂਸ ਹੁੰਦਾ ਵਾ ਹਾਈਐਸਟ ਲੋਐਸਟ ਤੇ ਇੰਕਰੀਜ਼ਿੰਗ ਡਿਕਰੀਜ਼ਿੰਗ। ਹੁਣ ਜੇ ਆਪਣੇ ਕੋਲ ਹਾਈਐਸਟ ਲੋਐਸਟ ਟ੍ਰੈਂਡ ਆ ਤੇ ਆਪਾਂ ਸਭ ਤੋਂ ਪਹਿਲਾਂ ਵੇਖਣਾ ਵਾ ਕਿ ਹਾਈਐਸਟ ਕਿਹੜਾ ਵਾ। ਜਿਵੇਂ ਇੰਗਲੈਂਡ ਦਾ ਹਾਈਐਸਟ ਵੇਖੋ ਕਿਹੜਾ, ਇੰਗਲੈਂਡ ਦਾ ਹਾਈਐਸਟ ਹੋ ਗਿਆ ਹੋਟਲ, ਤੇ ਇੰਗਲੈਂਡ ਦਾ ਲੋਐਸਟ ਕੀ ਆ, ਇੰਗਲੈਂਡ ਦਾ ਲੋਐਸਟ ਹੈ ਕੈਰਾਵਾਨ। ਸਕਾਟਲੈਂਡ ਦਾ ਹਾਈਐਸਟ ਕੀ ਆ, ਹੋਟਲ, ਲੋਐਸਟ ਕੀ ਆ, ਕੈਂਪਿੰਗ। ਵੇਲਸ ਦਾ ਹਾਈਐਸਟ ਕੀ ਆ, ਹੋਟਲ, ਲੋਐਸਟ ਕੀ ਆ, ਕੈਰਾਵਾਨ। ਨਾਰਦਰਨ ਆਇਲੈਂਡ ਦਾ ਹਾਈਐਸਟ ਕੀ ਆ, ਹੋਟਲ, ਲੋਐਸਟ ਕੀ ਆ, ਕੈਂਪਿੰਗ, ਠੀਕ ਹੈ। ਹੁਣ ਆਪਾਂ ਕੀ ਕਰਾਂਗੇ, ਆਪਾਂ ਵੇਖ ਲਿਆ ਕਿ ਸਾਰਿਆਂ ਦਾ ਹਾਈਐਸਟ ਜਿਹੜਾ ਵਾ ਹੋਟਲ ਵਾ ਤੇ ਲੋਐਸਟ ਕਿਹੜੇ ਆ, ਕੈਰਾਵਾਨ ਤੇ ਕੈਂਪਿੰਗ, ਦੋਨੋਂ ਲੋਐਸਟ ਹੈ ਦੋ ਦੇ। ਸੋ ਆਪਣਾ ਓਵਰਆਲ ਕੀ ਬਣੂਗਾ, ਧਿਆਨ ਦਿਓ। ਓਵਰਆਲ ਲਿਖਣ ਦੇ ਲਈ ਆਪਣੀ ਪਰਮਾਨੈਂਟ ਲਾਈਨ ਆਪਾਂ ਯੂਜ਼ ਕਰਾਂਗੇ। ਆਪਾਂ ਕਹਾਂਗੇ ਵੈਨ ਆਲ ਦ ਫਿਗਰਸ ਆਰ ਟੇਕਨ ਇਨਟੂ ਕੰਸੀਡਰੇਸ਼ਨ, ਕੋਮਾ it can be vividly seen that ਇਹ ਲਾਈਨ ਆਪਾਂ ਹਮੇਸ਼ਾ ਲਿਖਦੇ ਹੀ ਲਿਖਦੇ। ਸੋ ਉੱਥੇ ਆਪਾਂ ਕੀ ਲਿਖਾਂਗੇ, ਆਪਾਂ ਕਹਾਂਗੇ that majority of people, majority ਹੋ ਗਿਆ ਸਭ ਤੋਂ ਜ਼ਿਆਦਾ,
majority of the people preferred to stay in hotels while ਆਪਾਂ ਕਵਾਂਗੇ caravan and camping they were the least chosen places। ਤੇ ਆ ਆਪਣਾ ਓਵਰਆਲ ਹੋ ਗਿਆ ਕੀ ਦੱਸਦਾ ਆਪਾਂ ਧਿਆਨ ਦਿਓ ਵੋਕੈਬਲਰੀ ਕੀ ਹੈ ਆਪਣੇ ਕੋਲ ਆਪਾਂ ਕਿਹਾ ਮੈਜੋਰਿਟੀ ਆਫ ਤੇ ਲੀਸਟ ਕਿਉਂਕਿ ਹਾਈਐਸਟ ਲੋਐਸਟ ਟ੍ਰੈਂਡ ਹੈ ਇਸ ਕਰਕੇ ਵਰਡਸ ਵੀ ਇਹੋ ਜਿਹੇ ਯੂਜ਼ ਹੋ ਗਏ ਮੋਰ ਤੇ ਲੈਸ ਓਕੇ ਕਲੀਅਰ ਹੁਣ ਆਪਾਂ ਨੂੰ ਪਤਾ ਵਾ ਕਿ ਹਾਈਐਸਟ ਲੋਐਸਟ ਟ੍ਰੈਂਡ ਨੂੰ ਲਿਖਣ ਦੇ ਲਈ ਆਪਣੇ ਕੋਲ 5 ਪਰਮਨੈਂਟ ਸੈਂਟੈਂਸ ਹੁੰਦੇ ਆ ਐਕਚੁਅਲੀ 5 ਨਹੀਂ ਹੁੰਦੇ 6 ਹੁੰਦੇ ਆ ਮੈਂ ਤੁਹਾਨੂੰ ਦੱਸੂਗਾ 6ਵਾਂ ਕਿਹੜਾ ਵੇਖੋ ਆਪਾਂ ਨੂੰ ਪਤਾ ਵਾ ਕਿ ਆਪਣੇ ਕੋਲ ਹਾਈਐਸਟ ਲੋਐਸਟ ਟ੍ਰੈਂਡ ਲਿਖਣ ਦੇ ਲਈ ਪਰਮਨੈਂਟ ਸੈਂਟੈਂਸ ਹੁੰਦੇ ਆ ਉਹ ਕਿਹੜੇ ਕਿਹੜੇ ਆ ਵੇਖੋ ਜੇ ਮੰਨ ਲਓ ਆਪਣੇ ਕੋਲ ਦੋ ਚੀਜ਼ਾਂ ਆ ਗਈਆਂ ਆਪਣੇ ਕੋਲ ਆ ਗਿਆ ਮਾਨਵ ਤੇ ਆਪਣੇ ਕੋਲ ਮੰਨ ਲਓ ਆ ਗਿਆ ਜੋਬਨ ਠੀਕ ਹੈ ਆਪਾਂ ਵੇਖਣਾ ਵਾ ਕਿ ਮਾਨਵ ਤੇ ਜੋਬਨ ਦੇ ਮਾਨਵ ਦੇ ਆ ਗਏ 95% ਮਾਰਕਸ ਤੇ ਜੋਬਨ ਦੇ ਆ ਕੇ ਮੰਨ ਲਓ 85% ਮਾਰਕਸ ਆ ਚੀਜ਼ ਹੋਗੀ ਆਪਾਂ ਇਹਨਾਂ ਦੋਨੋਂ ਇਨਫੋਰਮੇਸ਼ਨ ਨੂੰ ਇੱਕ ਸੈਂਟੈਂਸ ਲਿਖਣਾ ਚਾਹੁੰਦੇ ਹਾਂ ਆਪਾਂ ਕਿਵੇਂ ਲਿਖਾਂਗੇ ਇਹਨਾਂ ਨੂੰ ਇਹਨੂੰ ਲਿਖਣੇ ਆਪਣੇ ਕੋਲ 5 ਤਰੀਕੇ ਹੈ ਸੈਂਟੈਂਸ ਨੰਬਰ 1 ਆਪਾਂ ਬਣਾ ਸਕਦੇ ਹਾਂ ਵੇਅਰ ਐਸ ਦੀ ਮਦਦ ਨਾਲ ਕਿਵੇਂ ਆਪਾਂ ਕਵਾਂਗੇ ਇਸੇ ਤਰੀਕੇ ਨਾਲ ਇੰਕਰੀਜ਼ਿੰਗ ਡਿਕਰੀਜ਼ਿੰਗ ਤੇ ਪਰਮਨੈਂਟ ਵੀ ਗਏ ਸੈਂਟੈਂਸ ਕਿਵੇਂ ਆਪਾਂ ਕਵਾਂਗੇ ਮਾਨਵ ਸਕੋਰਡ 95% marks whereas ਹੁਣ ਇੱਥੇ ਕੀ ਆ ਜ਼ਿਆਦਾਤਰ ਜਾਣੇ ਇੱਥੇ ਲਿਖ ਦਿੰਦੇ whereas ਜੋਬਨ scored ਆਪਾਂ ਜੋਬਨ ਨਹੀਂ ਲਿਖਣਾ ਆਪਾਂ ਕਹਿਣਾ whereas for ਜੋਬਨ it was 85% ਇੱਕ ਸੈਂਟੈਂਸ ਆ ਹੋ ਗਿਆ ਇੱਕ ਸੈਂਟੈਂਸ ਆਪਣੇ ਕੋਲ ਹੁੰਦਾ ਰਿਸਪੈਕਟਿਵਲੀ ਦੀ ਮਦਦ ਨਾਲ ਆਪਾਂ ਨੂੰ ਪਤਾ ਰਿਸਪੈਕਟਿਵਲੀ ਚ ਕੀ ਹੁੰਦਾ ਕਿ ਨਾਮ ਇਕੱਠੇ ਆ ਜਾਂਦੇ ਆ ਆਪਾਂ ਕਹਿੰਦੇ ਆ ਮਾਨਵ ਐਂਡ ਜੋਬਨ scored 95% and 85% respectively respectively ਦਾ ਮਤਲਬ ਕੀ ਹੁੰਦਾ ਵਾ respectively ਮਤਲਬ ਜਿੰਦਾ ਨਾਮ ਪਹਿਲਾ ਉਹਦੀ ਸਕੋਰ ਪਹਿਲੀ ਜਿੰਦਾ ਨਾਮ ਦੂਸਰਾ ਉਹਦੀ ਸਕੋਰ ਦੂਸਰੀ ਤੀਸਰਾ ਸੈਂਟੈਂਸ ਆਪਣੇ ਕੋਲ ਬਣਦਾ ਵਾ ਅਕਾਊਂਟਿੰਗ ਟੂ ਬੀ ਦੀ ਮਦਦ ਨਾਲ ਹੁਣ ਅਕਾਊਂਟਿੰਗ ਟੂ ਬੀ ਦੇ ਨਾਲ ਸੈਂਟੈਂਸ ਬਣਾਉਣ ਦੇ ਲਈ ਨਾ ਆਪਾਂ ਨੂੰ ਕਮੈਂਟ ਦੇਣਾ ਜ਼ਰੂਰੀ ਹੁੰਦਾ ਹੁਣ ਕਮੈਂਟ ਕੀ ਹੁੰਦਾ ਵਾ ਕਮੈਂਟ ਉਹ ਨਹੀਂ ਹੁੰਦਾ ਕਿ ਅੱਤ ਸਿਰਾ ਘੈਂਟ ਗਾਡਰ ਨਹੀਂ ਕਮੈਂਟ ਕੀ ਹੁੰਦਾ ਵਾ ਜਦੋਂ ਵੀ ਆਪਾਂ ਕੋਲ ਡਿਫਰੈਂਸ ਹੋਵੇ ਜਿਵੇਂ ਮੈਂ ਕਹਤਾ ਕਿ ਮਾਨਵ ਸਕੋਰਡ 10% ਮੋਰ ਜਦੋਂ ਮੈਂ ਇਹੋ ਜਿਹਾ ਕੁਝ ਲਿਖ ਦੂੰਗਾ ਉਹਨੂੰ ਆਪਾਂ ਇੱਕ ਕਮੈਂਟ ਕਵਾਂਗੇ ਕਿਵੇਂ ਮੰਨ ਲਓ ਮੈਂ ਕਹਾਂ ਮਾਨਵ ਸਕੋਰਡ 10% ਮੋਰ ਦੈਨ ਜੋਬਨ ਠੀਕ ਹੈ ਤੇ ਇਹ ਕੀ ਹੋ ਜਾਊਗਾ ਇਹ ਸੈਂਟੈਂਸ ਇੱਕ ਕਮੈਂਟ ਹੋ ਗਿਆ ਕਿ ਮਾਨਵ ਨੇ ਜੋਬਨ ਤੋਂ 10% ਜ਼ਿਆਦਾ ਸਕੋਰ ਕੀਤੇ ਅੱਗੇ ਮੈਂ ਲਿਖ ਦੂੰਗਾ ਅਕਾਊਂਟਿੰਗ ਟੂ ਬੀ 95% ਕਿ ਮਾਨਵ ਨੇ ਜੋਬਨ ਤੋਂ 10% ਜ਼ਿਆਦਾ ਸਕੋਰ ਕੀਤੇ ਤੇ 95% ਸਕੋਰ ਕੀਤੇ ਤੇ ਜੋਬਨ ਦੇ ਆਟੋਮੈਟਿਕਲੀ 85% ਹੋ ਗਏ ਕਲੀਅਰ ਇਹ ਹੋ ਗਏ ਤਿੰਨ ਦੋ ਹੋਰ ਕਰਦੇ ਹਾਂ ਚੌਥਾ ਸੈਂਟੈਂਸ ਜਿਹੜਾ ਆਪਣੇ ਕੋਲ ਆਉਂਦਾ ਵਾ ਉਹ ਆਪਾਂ ਬਣਾਉਂਦੇ ਆ ਫਾਰਮਰ ਤੇ ਲੈਟਰ ਦੀ ਮਦਦ ਨਾਲ ਫਾਰਮਰ ਤੇ ਲੈਟਰ ਦੇ ਵਿੱਚ ਵੀ ਕਮੈਂਟ ਦੇਣਾ ਜ਼ਰੂਰੀ ਹੁੰਦਾ ਸਿਮਿਲਰਲੀ ਜਿਵੇਂ ਅਕਾਊਂਟਿੰਗ ਟੂ ਵਿੱਚ ਦਿੱਤਾ ਆਪਾਂ ਠੀਕ ਆ ਫਾਰਮਰ ਦਾ ਮਤਲਬ ਹੁੰਦਾ ਵਾ ਫਸਟ ਤੇ ਲੈਟਰ ਦਾ ਮਤਲਬ ਹੁੰਦਾ ਸੈਕਿੰਡ ਧਿਆਨ ਦਿਓ ਕਿਵੇਂ ਮੈਂ ਕਹਾਂ ਮਾਨਵ ਸਕੋਰਡ ਪਹਿਲਾ ਕਮੈਂਟ ਮਾਨਵ ਸਕੋਰਡ 10% ਮੋਰ ਦੈਨ ਜੋਬਨ ਇਹ ਕੀ ਹੋ ਗਿਆ ਇਹ ਆਪਣੇ ਕੋਲ ਆ ਗਿਆ ਇਹ ਕੀ ਹੋ ਗਿਆ ਇਹ ਆਪਣੇ ਕੋਲ ਆ ਗਿਆ ਕਮੈਂਟ ਆਪਾਂ ਕਹਾਂਗੇ ਵਿਦ 95% for the farmer and 85% for the latter full stop clear ਆ ਆਪਣੇ ਕੋਲ ਸੈਂਟੈਂਸ ਹੈ ਕਿ ਆਵਲੇ for the farmer ਤੇ ਆਵਲੇ for the latter ਕੋਈ ਕਨਫਿਊਜ਼ਨ ਠੀਕ ਹੈ ਫਾਰਮਰ ਕੀ ਹੋ ਗਿਆ ਫਾਰਮਰ ਮਤਲਬ ਜਿਹਦਾ ਨਾਮ ਪਹਿਲਾਂ ਆਇਆ ਤੇ ਲੈਟਰ ਮਤਲਬ ਜਿਹਦਾ ਨਾਮ ਬਾਅਦ ਚ ਹੋਇਆ ਕਿ ਮਾਨਵ ਨੇ 10% ਸਕੋਰ ਕੀਤੇ 10% ਜ਼ਿਆਦਾ ਸਕੋਰ ਕੀਤੇ ਜੋਬਨ ਨਾਲੋਂ ਤੇ 95 ਆ ਫਾਰਮਰ ਦੇ ਮਤਲਬ ਮਾਨਵ ਦੇ ਤੇ 85 ਆ ਲੈਟਰ ਦੇ ਮਤਲਬ ਜੋਬਨ ਦੇ ਲਾਸਟ ਸੈਂਟੈਂਸ ਜਿਹੜਾ ਆਪਾਂ ਆਪਣਾ ਨੇਮ ਜਿਹੜਾ ਮੇਰਾ ਫੇਵਰਿਟ ਸੈਂਟੈਂਸ ਹੈ ਸਾਰਿਆਂ ਚੋਂ ਉਹ ਬਣਦਾ ਵਾ ਬ੍ਰੈਕਟਸ ਦੀ ਮਦਦ ਨਾਲ ਬ੍ਰੈਕਟਸ ਨਾਲ ਕਿਵੇਂ ਆਪਾਂ ਕਹਿੰਦੇ ਆ ਇਹਨੂੰ ਆਪਾਂ ਸ਼ੁਰੂ ਹੀ ਮੋਰ ਜਾਂ ਲੈਸ ਵਰਡ ਤੋਂ ਕਰਦੇ ਆ ਆਪਾਂ ਕਹਿੰਦੇ ਆ ਮੋਰ ਮਾਰਕਸ ਵਰ ਸਕੋਰਡ ਬਾਈ ਮਾਨਵ ਬ੍ਰੈਕਟ ਚ ਆਪਾਂ ਕਹਿੰਦਾਂਗੇ 95% ਦੈਨ ਜੋਬਨ ਬ੍ਰੈਕਟ ਚ ਆ ਜਾਊਗਾ 85% ਤੇ ਇਹ ਸੈਂਟੈਂਸ ਹੁੰਦੇ ਕਲੀਅਰ ਆ ਇਹਦੇ ਨਾਲ ਇੱਕ ਸਪੈਸ਼ਲ ਸੈਂਟੈਂਸ ਹੋਰ ਹੁੰਦਾ ਵਾ ਜਿਹੜਾ ਮੈਂ ਤੁਹਾਨੂੰ ਸਿਖਾਊਂਗਾ ਅੱਜ ਉਹ ਕੀ ਆ ਕਿ ਜਿਵੇਂ ਮੰਨ ਲਓ ਤੁਹਾਡੇ ਕੋਲ ਤਿੰਨ ਚੀਜ਼ਾਂ ਆ ਗਈਆਂ ਤੁਹਾਡੇ ਕੋਲ ਆ ਗਿਆ A B ਤੇ C ਠੀਕ ਆ A ਮੰਨ ਲਓ 6 ਤੇ ਆ B 8 ਤੇ ਤੇ C 10 ਤੇ ਹੁਣ ਇਹਨਾਂ ਤਿੰਨਾਂ ਚ ਆਪਾਂ ਵੇਖਦੇ ਆ 2 ਦਾ ਡਿਫਰੈਂਸ ਹੈ ਜਦੋਂ ਤਿੰਨ ਚੀਜ਼ਾਂ ਇਹੋ ਜਿਹੀਆਂ ਆ ਜਾਣ ਜਿਨ੍ਹਾਂ 'ਚ ਇਕੁਅਲ ਡਿਫਰੈਂਸ ਹੋਵੇ ਤੇ ਆਪਾਂ ਸੈਂਟੈਂਸ ਕਿਵੇਂ ਬਣਾ ਸਕਦੇ ਹਾਂ ਧਿਆਨ ਦਿਓ ਆਪਾਂ ਕਹਾਂਗੇ
देयर वॉज अ डिफरेंस ऑफ 2 इन ए बी एंड सी, ध्यान दो, with A at the lower end, ब्रैकेट्स अपने को आ जाऊगा 6% एंड C at the higher end, ब्रैकेट आ जाऊगा 10%। ਤੁਹਾਨੂੰ B ਦੱਸਣ ਦੀ ਜ਼ਰੂਰਤ ਨਹੀਂ, ਆਪਾਂ ਕਿਹਾ ਕਿ ਤਿੰਨਾਂ ਦੇ ਵਿੱਚ 2-2 ਦਾ ਡਿਫਰੈਂਸ ਆ। A ਲੋਅਰ ਐਂਡ ਤੇ ਆ 6 ਤੇ B ਹਾਇਰ ਐਂਡ ਤੇ 10 ਤੇ, ਸੌਰੀ C ਹਾਇਰ ਐਂਡ ਤੇ 10 ਤੇ B ਆਟੋਮੈਟਿਕਲੀ ਵਿਚਕਾਰ ਆ ਗਿਆ 8 ਤੇ। ਹੁਣ ਆਹ ਸਾਰੇ ਸੈਂਟੈਂਸਿਸ ਦਾ ਇਸਤੇਮਾਲ ਕਰਕੇ ਤੁਹਾਡੇ ਕੋਲ ਕੋਈ ਟੌਪਿਕ ਆ ਜੇ, ਇੰਨੇ ਹੀ ਸੈਂਟੈਂਸ ਤੁਹਾਨੂੰ ਚਾਹੀਦੇ ਆ। ਤੁਹਾਡੇ ਕੋਲ ਹਾਈਐਸਟ ਲੋਐਸਟ ਵਾਲਾ ਸਿਰਫ ਬਾਰਗ੍ਰਾਫ ਨਹੀਂ, ਹਾਈਐਸਟ ਲੋਐਸਟ ਵਾਲਾ ਟੇਬਲ ਚਾਰਟ ਆ ਜੇ, ਪਾਈ ਚਾਰਟ ਆ ਜੇ, ਕੁਝ ਵੀ ਆ ਜੇ, ਸਿਰਫ ਆਹੀ ਸੈਂਟੈਂਸ ਤੁਹਾਨੂੰ ਚਾਹੀਦੇ ਨੂੰ ਲਿਖਣ ਲਈ। ਮੈਂ ਤੁਹਾਨੂੰ ਸਮਝਾਉਣਾ ਕਿ ਨਹੀਂ। ਹੁਣ ਕਾਇਦੇ ਦੇ ਮੁਤਾਬਿਕ ਆਪਣੇ ਕੋਲ ਕਿੰਨੇ ਸੈਂਟੈਂਸ ਬਣੂਗੇ? ਇੱਥੇ ਇੱਕ ਬੜੀ ਤਗੜੀ ਟਿਪ ਤੁਹਾਨੂੰ ਦੱਸਦਾ ਮੈਂ ਵੋਕੈਬਲਰੀ ਦੇ ਲਈ। ਹੁਣ ਤੁਹਾਡੇ ਕੋਲ ਦੋ ਆਪਸ਼ਨਸ ਹੈ, ਜਾਂ ਤਾਂ ਤੁਸੀਂ ਇਹਨੂੰ ਹੌਰੀਜ਼ੌਂਟਲੀ ਲਿਖੋ ਕਿ ਪਹਿਲਾਂ ਤੁਸੀਂ ਦੱਸੋ ਇੰਗਲੈਂਡ ਦੇ ਲੋਕ ਜਿਹੜੇ ਸੈਲਫ ਕੇਟਰਿੰਗ ਚ ਨੇ, ਕੈਰਾਵਾਨ ਚ ਨੇ, ਕੈਂਪਿੰਗ ਚ ਨੇ, ਹੋਟਲ ਚ ਨੇ। ਸਕਾਟਲੈਂਡ ਦੇ ਲੋਕ ਸੈਲਫ ਕੇਟਰਿੰਗ ਚ ਨੇ, ਕੈਰਾਵਾਨ ਚ ਨੇ, ਕੈਂਪਿੰਗ ਚ ਨੇ, ਹੋਟਲ ਚ ਨੇ। ਇੱਦਾਂ ਦੱਸੋ। ਫਿਰ ਵੇਲਸ ਦੱਸੋ, ਫਿਰ ਨਾਰਥਰਨ ਆਇਲੈਂਡ ਦਾ, ਜਾਂ ਤਾਂ ਇੱਦਾਂ ਕਰ ਲਓ। ਆਪਸ਼ਨ 2 ਕੀ ਹੈ, ਤੁਸੀਂ ਸੈਲਫ ਕੇਟਰਿੰਗ ਦੱਸੋ, ਵਰਟੀਕਲੀ ਲਿਖੋ। देखो ਸੈਲਫ ਕੇਟਰਿੰਗ ਦੇ ਮਾਮਲੇ ਵਿੱਚ ਇੰਗਲੈਂਡ ਇੰਨਾ, ਸਕਾਟਲੈਂਡ ਇੰਨਾ, ਵੇਲਸ ਇੰਨਾ, ਨਾਰਥਰਨ ਆਇਲੈਂਡ ਇੰਨਾ। ਕੈਰਾਵਾਨ ਦੇ ਮਾਮਲੇ ਵਿੱਚ ਇੰਗਲੈਂਡ ਇੰਨਾ, ਸਾਊਥ ਇੰਨਾ, 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 ਇੱਦਾਂ। ਠੀਕ ਹੈ, ਤੁਸੀਂ ਇੱਥੇ ਹੌਰੀਜ਼ੌਂਟਲੀ ਨਹੀਂ ਜਾਣਾ, ਤੁਸੀਂ ਇੱਥੇ ਜਾਣਾ ਵਰਟੀਕਲੀ। ਕਿਉਂ? ਕਿਉਂਕਿ ਵੇਖੋ, ਜੇ ਤੁਸੀਂ ਇੰਗਲੈਂਡ ਦੀ ਗੱਲ ਕੀਤੀ ਨਾ, ਤੁਹਾਨੂੰ ਸੈਲਫ ਕੇਟਰਿੰਗ, ਕੈਰਾਵਾਨ, ਕੈਂਪਿੰਗ, ਹੋਟਲ, ਸੈਲਫ ਕੇਟਰਿੰਗ, ਕੈਰਾਵਾਨ, ਕੈਂਪਿੰਗ, ਹੋਟਲ, ਸੈਲਫ ਕੇਟਰਿੰਗ, ਕੈਰਾਵਾਨ, ਕੈਂਪਿੰਗ, ਹੋਟਲ ਬਾਰ-ਬਾਰ ਲਿਖਣਾ ਪੈਣਾ ਨਾ। ਤੇ ਇਹਦੇ ਕਰਕੇ ਕੀ ਹੋਊਗਾ, ਤੁਹਾਡੇ ਰੈਪੀਟੀਸ਼ਨ ਹੋਊਗੀ ਵਰਡਸ ਦੀ, ਫਿਰ ਤੁਹਾਨੂੰ ਸਿਨੋਨਿਮ ਸੋਚਣੇ ਪਊਗੇ। ਪਰ ਜੇ ਤੁਸੀਂ ਸੈਲਫ ਕੇਟਰਿੰਗ ਦੀ ਗੱਲ ਹੀ ਪਹਿਲਾਂ ਕਰ ਦੋ, ਦੇਖੋ ਸੈਲਫ ਕੇਟਰਿੰਗ ਦੇ ਮਾਮਲੇ 'ਚ ਇੰਗਲੈਂਡ, ਸਕਾਟਲੈਂਡ, ਵੇਲਸ, ਆਇਰਲੈਂਡ, ਇੰਗਲੈਂਡ, ਸਕਾਟਲੈਂਡ, ਵੇਲਸ, ਆਇਰਲੈਂਡ, ਤੇ ਤੁਹਾਨੂੰ ਦੇਸ਼ਾਂ ਦੇ ਨਾਮ ਬਾਰ-ਬਾਰ ਲਿਖਣੇ ਪਊਗੇ। ਤੇ ਦੇਸ਼ਾਂ ਦੇ ਨਾਮ ਦੇ ਕੋਈ ਸਿਨੋਨਿਮ ਨਹੀਂ ਹੁੰਦੇ, ਨਾਮ ਦਾ ਥੋੜੀ ਕੋਈ ਸਿਨੋਨਿਮ ਹੋ ਸਕਦਾ। ਸੋ ਇਸ ਕਰਕੇ ਤੁਹਾਡੀ ਰੈਪੀਟੀਸ਼ਨ ਨਹੀਂ ਹੁੰਦੀ। ਕਲੀਅਰ ਹੈ? ਸੋ ਆਪਾਂ ਇਹਨੂੰ ਲਿਖਾਂਗੇ ਹੌਰੀਜ਼ੌਂਟਲੀ। ਤੇ ਕਾਇਦੇ ਦੇ ਮੁਤਾਬਿਕ ਆਪਣੇ ਕੋਲ ਕਿੰਨੇ ਸੈਂਟੈਂਸ ਬਣੂਗੇ? 1 2 3 4 5 6 7 ਤੇ 8, ਟੋਟਲ 8 ਸੈਂਟੈਂਸ ਬਣਦੇ ਪਏ। ਆਪਣੇ ਕੋਲ ਕਿੰਨੇ ਆ? 6। ਪਰ ਮੈਂ ਤੁਹਾਨੂੰ ਇਸ ਤੋਂ ਈਜ਼ੀ ਤਰੀਕਾ ਵਿਖਾਊਂਗਾ। ਤੁਸੀਂ ਕੀ ਕਰਨਾ ਵਾ, ਤੁਸੀਂ ਰਿਸਪੈਕਟਿਵਲੀ ਦੇ ਨਾਲ 2 ਨਹੀਂ ਜੋੜਨੇ, ਰਿਸਪੈਕਟਿਵ ਨਾਲ 3 ਜੋੜਨੇ ਨੇ। ਆਹ ਸਾਰਾ ਆ ਗਿਆ ਰਿਸਪੈਕਟਿਵਲੀ ਦੇ ਨਾਲ, ਤੇ ਇਹਨੂੰ ਆਪਾਂ ਇਕੱਲਾ ਲਿਖ ਦਾਂਗੇ। ਫਿਰ ਵੇਖੋ ਆਪਾਂ ਬਣਾਇਆ ਵੇਅਰ ਐਜ਼ ਦੇ ਨਾਲ ਆ ਸੈਂਟੈਂਸ ਬਣੂਗਾ, ਆ ਅਕਾਊਂਟਿੰਗ ਟੂ ਵੀ ਦੇ ਨਾਲ ਬਣ ਜਾਊਗਾ। ਠੀਕ ਆ, ਆ ਫਾਰਮਲ ਲੈਟਰ ਨਾਲ ਬਣ ਜਾਊਗਾ, ਆਹ ਵਾਲਾ ਬ੍ਰੈਕਟਸ ਨਾਲ ਬਣ ਜਾਊਗਾ, ਜਿਹੜੇ ਆਪਣੇ ਪਰਮਨੈਂਟ ਸੈਂਟੈਂਸ ਤੁਹਾਨੂੰ ਬਣਾ ਕੇ ਵਿਖਾਊਂਗਾ ਮੈਂ। ਤੇ ਇੱਥੇ ਵੇਖੋ, ਜੇ ਤੁਸੀਂ ਧਿਆਨ ਦਿਓਗੇ, ਇਹਦੇ 'ਚ ਵੀ 3 ਦਾ ਡਿਫਰੈਂਸ, ਇਹਦੇ 'ਚ ਵੀ 3 ਦਾ ਡਿਫਰੈਂਸ। ਇਹਦੇ ਤੇ ਆਪਣਾ ਆਹ ਸੈਂਟੈਂਸ ਲੱਗ ਜਾਊਗਾ ਹਾਇਰ ਐਂਡ ਲੋਅਰ ਐਂਡ ਵਾਲਾ, ਤੇ ਉਹਨੂੰ ਆਪਾਂ ਇਕੱਲਾ ਲਿਖ ਲਾਂਗੇ। ਸੋ ਟਾਸਕ ਮੈਂ ਤੁਹਾਨੂੰ ਦੱਸਦਾ ਕਿਵੇਂ ਲਿਖਾਂਗੇ। ਵੇਖਿਓ, ਪਹਿਲਾਂ ਪੈਰਾਗ੍ਰਾਫ 1 ਲਿਖਦੇ ਹਾਂ। ਆਪਾਂ ਕੀ ਕਰਾਂਗੇ, ਆਪਾਂ ਸੈਲਫ ਕੇਟਰਿੰਗ ਤੇ ਕੈਰਾਵਾਨ ਨੂੰ ਇੱਕ ਪੈਰਾਗ੍ਰਾਫ 'ਚ ਕਰ ਦਾਂਗੇ, ਤੇ ਕੈਂਪਿੰਗ ਤੇ ਹੋਟਲ ਨੂੰ ਦੂਸਰੇ ਪੈਰਾਗ੍ਰਾਫ 'ਚ ਕਰ ਦਾਂਗੇ। ਪੈਰਾਗ੍ਰਾਫ ਸ਼ੁਰੂ ਕਰਨ ਲਈ ਮੈਂ ਲਿਖ ਦਵਾਂ, ਐਜ਼ ਫਾਰ ਐਜ਼ ਸੈਲਫ ਕੇਟਰਿੰਗ is concerned, comma, ਧਿਆਨ ਦਿਓ, ਤਿੰਨਾਂ ਨੂੰ ਇਕੱਠੇ ਲਿਖਣਾ ਰਿਸਪੈਕਟਿਵ ਲਗਾ ਕੇ। ਆਪਾਂ ਕਹਾਂਗੇ 27%, 30% and 28% people chose it। ਹੁਣ ਮੈਂ ਇਟ ਲਿਖੂੰਗਾ ਕਿਉਂਕਿ ਮੈਂ ਸੈਲਫ ਕੇਟਰਿੰਗ ਆਲਰੇਡੀ ਲਿਖ ਆਇਆ ਹਾਂ। ਠੀਕ ਹੈ, ਇਨ ਇੰਗਲੈਂਡ, ਸਕਾਟਲੈਂਡ, ਮੈਂ ਸ਼ਾਰਟ ਫਾਰਮ ਲਿਖਦਾ, ਮੈਂ ਤੁਸੀਂ ਪੂਰਾ ਲਿਖਣਾ ਹਮੇਸ਼ਾ, ਐਂਡ ਵੇਲਸ ਰਿਸਪੈਕਟਿਵਲੀ। ਠੀਕ ਹੈ, ਫੁੱਲ ਸਟਾਪ। ਮੇਰਾ ਫੇਵਰੇਟ ਕਨੈਕਟਰ ਹੈ, ਜਦੋਂ ਕੋਈ ਕਨੈਕਟਰ ਨਾ ਲੱਭੇ ਨਾ, ਸਭ ਤੋਂ ਵਧੀਆ ਕਨੈਕਟਰ ਹੁੰਦਾ ਮੀਨਵਾਈਲ। ਉਹ ਮੀਨਵਾਈਲ, ਠੀਕ ਹੈ, ਓਨਲੀ 12% ਪੀਪਲ, ਆਪਾਂ ਕਹਿੰਦੇ ਆ ਪ੍ਰੀਫਰਡ ਇਟ। ਹੁਣ ਪ੍ਰੀਫਰ ਵਰਡ ਆਪਾਂ ਆਲਰੇਡੀ ਲਿਖ ਚੁੱਕੇ ਹਾਂ। ਆਪਾਂ ਕਹਿੰਦੇ ਆ ਲਾਈਕਡ ਇਟ ਇਨ ਨਾਰਥਰਨ ਆਇਲੈਂਡ। ਤੇ ਆਹ ਸਾਰਾ ਕਵਰ ਹੋ ਗਿਆ, 2 ਸੈਂਟੈਂਸ ਬਣੇ ਕਵਰ। ਹੁਣ ਇੱਧਰ ਇਹਨੂੰ ਭੁੱਲ ਜਾਓ, ਇੱਧਰ ਆ ਜਾਓ। ਠੀਕ ਹੈ, ਕਨੈਕਟਰ ਕੀ ਲਗਾਵਾਂਗੇ? ਕਨੈਕਟਰ ਲਗਾਵਾਂਗੇ ਇਨ ਕੇਸ ਆਫ, ਇਨ ਕੇਸ ਆਫ ਕੈਰਾਵਾਨ। ਹੁਣ ਆਪਾਂ ਨੂੰ ਕੈਰਾਵਾਨ ਵੀ ਲਿਖਣ ਦੀ ਲੋੜ ਨਹੀਂ ਵਾਰ-ਵਾਰ। ਠੀਕ ਹੈ, ਆਪਾਂ ਕਹਿੰਦੇ ਆ 5% ਪੀਪਲ ਇਨ ਇੰਗਲੈਂਡ। ਠੀਕ ਹੈ, ਇੰਗਲੈਂਡ ਸਟੇਡ ਦੇਅਰ। ਆਪਾਂ ਡਿਸਾਈਡ ਕੀਤਾ ਇਹ ਵੇਅਰ ਐਜ਼ ਦਾ ਬਣਾਵਾਂਗੇ। ਆਪਾਂ ਕਹਾਂਗੇ ਵੇਅਰ ਐਜ਼ ਫॉर स्कॉटलैंड इट वाज 12%। ठीक है, आ रह गया। हुण देखो
ਹੁਣ ਆਪਾਂ ਮੈਥ ਕਰਾਂਗੇ। ਆਪਾਂ ਕਿਹਾ 31 ਤੇ 8, 31 ਦੇ ਵਿੱਚੋਂ 8 ਮਾਈਨਸ ਕੀਤੀ ਤੇ ਆਪਣੇ ਕਿੰਨਾ ਬਚਿਆ 23। ਸੋ ਮੈਂ ਤੁਹਾਨੂੰ ਦੱਸਦਾ ਵਾਂ, ਤੁਹਾਨੂੰ ਬਾਰ-ਬਾਰ ਕੈਰਾਮਾ ਨਾ ਲਿਖਣਾ ਪਵੇ ਨਾ, ਤੁਸੀਂ ਲਿਖ ਸਕਦੇ ਦ ਫਿਗਰ ਫॉर ਦ ਡੇਟਾ ਫॉर, ਆ ਚੀਜ਼ ਕਰ ਸਕਦੇ। ਸੋ ਤੁਸੀਂ ਕਹ ਦੋ ਦ ਡੇਟਾ ਫॉर ਨॉर्दर्न आयरलैंड was 23% more than Wales, accounting to be 31%। ਹੁਣ ਤੁਹਾਨੂੰ ਵੇਲਸ ਦੱਸਣ ਦੀ ਲੋੜ ਨਹੀਂ, ਕਿਉਂਕਿ ਤੁਸੀਂ 23% ਮੋਰ ਲਿਖਤਾ, ਰਿਸਪੈਕਟਿਵਲੀ ਲੱਗ ਗਿਆ, ਵੇਅਰ ਐਸ ਲੱਗ ਗਿਆ, ਅਕਾਊਂਟਿੰਗ ਟੂ ਵੀ ਲੱਗ ਗਿਆ। ਕਨੈਕਟਰ ਸਮਝ ਆ ਗਏ। ਹੁਣ ਆਪਾਂ ਜਾਵਾਂਗੇ ਪੈਰਾਗ੍ਰਾਫ 2 ਤੇ। ਪੈਰਾਗ੍ਰਾਫ 2 ਸ਼ੁਰੂ ਕਰਨ ਲਈ ਮੈਂ ਲਿਖਦਾ ਹਾਂ ਮੂਵਿੰਗ ਟੂਵਰਡਸ ਦ ਰੈਸਟ ਆਫ ਦ ਇਨਫੋਰਮੇਸ਼ਨ ਕॉमा, ठीक है। सो ध्यान दे, फॉर्मूलेटर वाला सेंटेंस बनूगा, ਆਪਾਂ ਕਹਾਂਗੇ ठीक है इन, ਉੱਥੇ ਆਪਾਂ ਲਗਾਇਆ ਹੈ ਇਨ ਕੇਸ ਆਫ। ਹੁਣ ਮੇਰੇ ਕੋਲ ਨਾ ਤਿੰਨ ਚੀਜ਼ਾਂ ਹੁੰਦੀਆਂ, ਮੈਂ ਕਹਿ ਦਿੰਦਾ ਵਾਂ ਚ ਮੈਂ ਲਗਾਤਾ ਇਨ ਕੇਸ ਆਫ, ਇੱਕ ਮੈਂ ਸ਼ੁਰੂ ਚ ਲਗਾਤਾ ਐਜ਼ ਫਾਰ ਐਜ਼ ਡੈਸ਼ ਇਜ਼ ਕੰਸਰਨਡ, ਇੱਕ ਮੈਂ ਲਗਾਣਾ ਵਾ ਐਜ਼ ਫॉर। ਹੁਣ ਇੱਥੇ ਮੈਂ ਐਜ਼ ਫॉर ਲਗਾ ਦੂੰਗਾ, ਮੈਂ ਕਹੂੰਗਾ ਇਨਫੋਰਮੇਸ਼ਨ ਐਜ਼ ਫॉर ਕੈਂਪਿੰਗ, ठीक है। ਆਪਾਂ ਕਹਿੰਦੇ ਆ ਸੋ 5 ਤੇ 12 7, ਆਪਾਂ ਕਹਿੰਦੇ ਆ 7% more people in England were indulged in it than Scotland। ਤੇ ਹੁਣ ਆਪਾਂ ਲਗਾ ਦਾਂਗੇ ਫਾਰਮੂਲੇਟਰ ਵਿਦ, ਆਪਾਂ ਕਹਾਂਗੇ 12% for the former and ਕੀ ਆ ਗਿਆ ਆਪਣੇ ਕੋਲ 5% for the latter, full stop, ठीक है। ਹੁਣ ਇਹਦੇ ਜਾ ਕੇ ਆਪਾਂ ਕਹਾਂਗੇ ਸਿਮਿਲਰਲੀ ਕਿਉਂ ਬਈ ਮੈਂ ਲਿਖਦਾ ਪਿਆ ਵਾਂ, ਦੇਖੋ ਕਿਉਂਕਿ ਮੈਂ ਉੱਪਰ ਵੀ ਮੋਰ ਲੈਸ ਦੀ ਗੱਲ ਕੀਤੀ ਕਿ ਇੱਕ ਚ ਜ਼ਿਆਦਾ ਦੂਸਰੇ ਚ ਘੱਟ, ਇੱਥੇ ਮੈਂ ਸਿਮਿਲਰ ਲਿਖੂੰਗਾ ਸਿਮਿਲਰਲੀ ਇਹਦੇ ਚ ਜ਼ਿਆਦਾ ਇਹਦੇ ਚ ਘੱਟ। ਮੈਂ ਕਹਾਂ ਤਾਂ ਜਿਵੇਂ ਮੈਂ ਕਿਹਾ ਇਹ ਸੈਂਟੈਂਸ, ਹੁਣ ਬ੍ਰੈਕਟਸ ਵਾਲਾ ਸੈਂਟੈਂਸ ਲੱਗਣਾ, ਇਹ ਸੈਂਟੈਂਸ ਸ਼ੁਰੂ ਹੋਊਗਾ ਮੋਰ ਤੋਂ, ਆਪਾਂ ਕਹਾਂਗੇ ਮੋਰ ਕੈਂਪਰਸ were seen in Wales, ब्रैकेट्स क्या जुगा 15% then Northern Ireland, ब्रैकेट्स आ जुगा 12%। लास्ट अपने मेरा होटल, ठीक है। हुण इनू आपां शुरू करांगे there was a difference of 3%, ठीक है, in the people of केड़े केड़े देश है of England, Scotland and Wales who opted for मतलब chose, opted for hotel, ठीक है। अब कहोगे with England at the higher end क्या, England at the higher end and bracket आ जाएगा 55% and Wales at the lower end, ब्रैकेट आ जाऊगा अपने को 49%। क्लियर है। ਤੇ ਉਹੀ ਗੱਲ ਆ ਗਈ ਆਪਣਾ ਪੈਰਾਗ੍ਰਾਫ 2 ਹੋ ਗਿਆ, ਇੱਕ ਸੈਂਟੈਂਸ ਰਹਿ ਗਿਆ 45% ਵਾਲਾ, ਇਹ ਆਪਾਂ ਸਿੰਪਲੀ ਲਿਖ ਦਾਂਗੇ, ਠੀਕ ਹੈ। ਫਾਈਨਲੀ ਐਟ ਦੀ ਐਂਡ ਕਿ 45% ਪੀਪਲ ਇਨ ਨਾਰਥਰਨ ਆਇਰਲੈਂਡ, ਉਹ ਸਿੰਪਲ ਆਪਾਂ ਸੈਂਟੈਂਸ ਲਿਖਾਂਗੇ। ਤੇ ਬੇਸਿਕਲੀ ਮੈਂ ਤੁਹਾਨੂੰ ਦੱਸਣਾ ਕਿ ਸੈਂਟੈਂਸਸ ਆ ਹੀ ਰਹਿਣੇ ਆਪਣੇ, ਕੋਈ ਵੀ ਤੁਹਾਨੂੰ ਟੌਪਿਕ ਆ ਜੇ ਹਾਈਐਸਟ ਲੋਇਸਟ ਦਾ, ਤੁਸੀਂ ਬਸ ਇਸ ਤਰ੍ਹਾਂ ਪੇਅਰਿੰਗ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਲਿਖਣਾ। ਹੁਣ ਇਹ ਤੇ ਹੋ ਗਿਆ ਹਾਈਐਸਟ ਲੋਇਸਟ। ਜੇ ਮੰਨ ਲਓ ਆਪਣੇ ਕੋਲ ਹੁਣ ਟੌਪਿਕ ਆ ਗਿਆ ਇੰਕਰੀਜ਼ਿੰਗ ਡਿਕਰੀਜ਼ਿੰਗ, ਮੰਨ ਲਓ ਆਪਣੇ ਕੋਲ ਆ ਗ੍ਰਾਫ ਆ ਗਿਆ, ਠੀਕ ਹੈ। ਹੁਣ ਇਹਦੇ 'ਚ ਕੀ ਮੈਟਰ ਕਰਦਾ ਵਾ, ਇਹਦੇ 'ਚ ਆਪਾਂ ਟੇਬਲ ਚਾਰਟ ਨਹੀਂ ਬਣਾਉਣਾ, ਇਹਨੂੰ ਆਪਾਂ ਲਾਈਨ ਗ੍ਰਾਫ 'ਚ ਕਨਵਰਟ ਕਰਨਾ, ਠੀਕ ਹੈ। ਕਿਉਂਕਿ ਇੰਕਰੀਜ਼ਿੰਗ ਡਿਕਰੀਜ਼ਿੰਗ ਟ੍ਰੈਂਡ 'ਚ ਨਾ ਡੇਟਾ ਇੰਨਾ ਮੈਟਰ ਨਹੀਂ ਕਰਦਾ ਜਿੰਨਾ ਟ੍ਰੈਂਡਸ ਮੈਟਰ ਕਰਦੇ। एग्जाम्पल में तुम जिवें सिर्फ पेपर वाला देखो, सिर्फ ब्लू वाली लाइन देखो किवें होगा 52 ते, फिर उस तो बाद घट के 50 ते, फिर घट के 40 ते, उस तो बाद 51 ते फिर एंड तक है 70। सो अपने को लाइन एक्चुअली की बन गई पेपर के लिए, अपने को लाइन बन गई इस तरह, आ चीज बन गई, ठीक है। अगे अपने को आ गया ग्लास। ग्लास का देखो ट्रेंड किवें, पहला नीचे फिर ऊपर फिर नीचे फिर ऊपर, आ चीज बन गई W बन गया, ठीक है। फिर अपने हो गया टिन, टिन के लिए अपने को लाइन के ग्रे वाला, नीचे ऊपर बिल्कुल W वांगू, मतलब आप कनेक्टर की लगा सकते हैं, सिमिलरली कनेक्टर लगा सकते हैं, ठीक है। फिर अपने को आ गया गार्डन। गार्डन के मामले की है देखो नीचे ऊपर। हुण इनका ओवरऑल की बनूगा देखो, ठीक है। इनका ओवरऑल लिखने के लिए ना दो तरीके तुसीं कर सकते जी। देखो
ਪਹਿਲਾਂ ਪੇਪਰ ਦਾ ਨੰਬਰ ਵੇਖੋ, ਇਹ ਸ਼ੁਰੂ ਹੋਇਆ 52 ਤੋਂ ਤੇ ਖਤਮ ਹੋਇਆ 70 ਤੇ। ਹੁਣ ਭਾਵੇਂ ਇਹ ਨੀਚੇ ਜਾ ਕੇ ਉੱਪਰ ਆ ਰਿਹਾ ਵਾ, ਪਰ ਹੋ ਓਵਰਆਲ ਤੇ ਇੰਕਰੀਜ਼ ਹੀ ਹੋ ਰਿਹਾ ਵਾ ਨਾ। ਸਹੀ ਹੈ। ਇਹਨੂੰ ਵੇਖੋ ਗਲਾਸ ਨੂੰ, ਇਹ 48 ਤੇ ਹੀ ਤੇ ਐਂਡ ਤੇ 52 ਤੇ ਹੀ, ਹੋ ਤੇ ਓਵਰਆਲ ਇੰਕਰੀਜ਼ ਹੀ ਰਿਹਾ ਵਾ ਨਾ 48 ਟੂ 52, ਇਹੀ 35 ਤੇ ਕਲੀਅਰ ਆ, ਤੇ ਇਹ ਆ ਗਿਆ 39 ਤੇ। ਕੀ ਹੋ ਗਿਆ, ਓਵਰਆਲ ਇੰਕਰੀਜ਼ ਹੋਇਆ। ਤੇ ਇਹ ਕੀ ਆ ਗਿਆ 32 ਤੇ ਇਹ ਕੀ ਆ ਗਿਆ 35 ਤੇ, ਇਹ ਵੀ ਓਵਰਆਲ ਇੰਕਰੀਜ਼ ਹੋਇਆ। ਹੁਣ ਇਹੋ ਜਿਹੇ ਕੇਸ 'ਚ ਕੀ ਕਰਦਾ ਹੁੰਦਾ ਮੈਂ, ਹੁਣ ਤੁਹਾਡੇ ਕੋਲ ਚੋਇਸ ਵਾ, ਜੇ ਸਾਰੇ ਇੰਕਰੀਜ਼ ਹੋ ਰਹੇ ਨਾ, ਮੈਂ ਕੀ ਕਰੂੰਗਾ, ਮੈਂ ਇਹਨੂੰ ਲਿਖ ਦੂੰਗਾ ਇੰਕਰੀਜ਼, ਤੇ ਇਹਨਾਂ ਸਾਰਿਆਂ ਨੂੰ ਇੰਕਰੀਜ਼ ਲਿਖਣ ਦੀ ਜਗ੍ਹਾ ਤੇ ਫਲਕਚੁਏਸ਼ਨ ਲਿਖ ਦੂੰਗਾ, ਕਿਉਂਕਿ ਮੇਰੇ ਕੋਲ ਆਪਸ਼ਨ ਹੈ। ਤੁਹਾਡੇ ਕੋਲ ਆਪਸ਼ਨ ਆਉਂਦੀ ਹੈ, ਤੁਸੀਂ ਇਹਨੂੰ ਇੰਕਰੀਜ਼ ਵੀ ਲਿਖ ਸਕਦੇ ਜੀ, ਕਿਉਂਕਿ ਓਵਰਆਲ ਇੰਕਰੀਜ਼ ਵਾ, ਪਰ ਤੁਸੀਂ ਇਹਨੂੰ ਫਲਕਚੁਏਸ਼ਨ ਵੀ ਲਿਖ ਸਕਦੇ ਜੀ। ਸੋ ਵੇਖੋ ਇਹਦੀ ਇੰਟਰੋ ਕਿਵੇਂ ਬਣੂਗੀ। ਹੁਣ ਆਪਣੇ ਕੋਲ ਇੱਥੇ ਕੀ ਆ, ਅਮਾਊਂਟ ਆਫ ਗਾਰਬੇਜ ਆ ਗਿਆ। ਸੋ ਆਪਾਂ ਇੰਟਰੋ ਕਿਵੇਂ ਬਣਾਵਾਂਗੇ, ਉਹੀ ਤਰੀਕੇ ਨਾਲ ਆਪਾਂ ਕਹਾਂਗੇ the bar graph illustrates, ਹੁਣ ਉੱਥੇ ਆਪਾਂ ਲਿਖਿਆ ਹਾਊ ਮੈਨੀ, ਕਿਉਂਕਿ ਪੀਪਲ ਹੀ, ਸੋ ਗਾਰਬੇਜ ਲਈ ਹਾਊ ਮੈਨੀ ਗਾਰਬੇਜ ਨਹੀਂ ਹੋਗੀ, ਇਹ ਜੂਗਾ ਹਾਊ ਮਚ ਹੋ ਜੂਗਾ, ਹਾਊ ਮਚ ਗਾਰਬੇਜ। ਆਪਣਾ ਯੂਨਿਟ ਕੀ ਆ, ਆਪਣੇ ਕੋਲ ਯੂਨਿਟ ਆ ਗਿਆ ਟਨਸ ਆਫ ਵੇਸਟ, ਇਨ ਟਨਸ was collected of, ਕਿੰਨੇ ਹੋ ਗਿਆ 4 ਡਿਫਰੈਂਟ ਟਾਈਪਸ। ਤੇ ਹੁਣ ਆਪਾਂ ਉਹਨਾਂ ਦਾ ਨਾਮ ਦੱਸ ਦਾਂਗੇ, ਉਹੀ ਗੱਲ, ਫਿਰ ਜਗ੍ਹਾ ਦਾ ਨਾਮ ਤੇ ਆਪਣਾ ਟਾਈਮ ਪੀਰੀਅਡ ਬਿਟਵੀਨ, ਆਪਾਂ ਕਹਾਂਗੇ ਬਿਟਵੀਨ ਈਅਰ ਕਿਹੜੇ ਆਪਣੇ ਕੋਲ 2011 ਐਂਡ 2015। ਇਹਦਾ ਓਵਰਆਲ ਕਿਵੇਂ ਬਣੂਗਾ, ਉਹੀ ਆਪਣੀ ਪਰਮਨੈਂਟ ਲਾਈਨ ਆਪਾਂ ਕਹਾਂਗੇ when all the figures are taken into consideration it can be vividly seen that, ਹੁਣ ਜੇ ਤੁਸੀਂ ਧਿਆਨ ਯਾਦ ਕਰੋ ਤੇ ਆਪਾਂ ਬਾਰ ਗ੍ਰਾਫ ਜਿਹੜਾ ਹਾਈਐਸਟ ਲੋਐਸਟ ਵਾਲਾ ਸੀ, ਉਹਦੇ ਚ ਆਪਾਂ ਕੀ ਲਿਖਿਆ ਸੀ, ਆਪਾਂ ਕਿਹਾ ਸੀ ਇਹ ਵਾਲਾ ਹਾਈਐਸਟ ਆ, ਇਹ ਵਾਲਾ ਲੋਐਸਟ ਆ। ਇੰਕਰੀਜ਼ਿੰਗ ਡਿਕਰੀਜ਼ਿੰਗ ਟ੍ਰੈਂਡ ਚ ਹਾਈਐਸਟ ਲੋਐਸਟ ਨੇ ਲਿਖੀ ਦਾ, ਇਹੀ ਸਭ ਤੋਂ ਵੱਡੀ ਗਲਤੀ ਸਟੂਡੈਂਟਸ ਕਰਦੇ ਆ, ਹਾਈਐਸਟ ਲੋਐਸਟ ਨਹੀਂ ਲਿਖਦੇ, ਲਿਖੀ ਦਾ ਵਾ that paper waste saw an incline while other types of litter experienced, दोबारा 100 नहीं लिखांगे, experienced fluctuation। ठीक है, ਹੁਣ ਇਹਦੇ ਵਿੱਚ ਕੀ ਆ, ਕਨੈਕਟਰ ਪਿਛਲੀ ਵਾਰ ਵੀ ਵਾਈਲ ਹੀ, ਇਸ ਵਾਰ ਵੀ ਵਾਈਲ ਆ ਹੋ ਗਿਆ ਆਪਣਾ ਓਵਰਆਲ। ਜਿਵੇਂ ਆਪਣੇ ਕੋਲ ਹਾਈਐਸਟ ਲੋਐਸਟ ਦੇ ਲਈ 6 ਪਰਮਨੈਂਟ ਸੈਂਟੈਂਸ ਮੈਂ ਤੁਹਾਨੂੰ ਕਰਵਾਇਆ ਨਾ, ਠੀਕ ਆ, ਐਵੇਂ ਹੀ ਇਹਦੇ ਲਈ ਇੰਕਰੀਜ਼ ਡਿਕਰੀਜ਼ ਦੇ ਲਈ ਆਪਣੇ ਕੋਲ 12 ਪਰਮਨੈਂਟ ਸੈਂਟੈਂਸ ਹੈ। ਠੀਕ ਆ, ਅਗਰ ਇਸ ਵੀਡੀਓ ਪਰ ਆਪਾਂ ਨੂੰ 100 ਲਾਈਕਸ ਮਿਲਦੇ ਆ ਤਾਂ ਮੈਂ ਇਹਨਾਂ 12 ਪਰਮਨੈਂਟ ਸੈਂਟੈਂਸ ਉੱਤੇ ਇੱਕ ਵੀਡੀਓ ਬਣਾਉਂਗਾ। ਫਾਈਨ। ਆਪਣੇ ਕੋਲ 3 ਚੀਜ਼ਾਂ ਹੁੰਦੀਆਂ ਵਾ, ਪੋਜ਼ਿਟਿਵ ਡਿਗਰੀ, ਕੰਪੈਰੀਟਿਵ ਡਿਗਰੀ ਤੇ ਸੁਪਰਲੇਟਿਵ ਡਿਗਰੀ। ਪੋਜ਼ਿਟਿਵ ਡਿਗਰੀ ਚ ਆਪਣੇ ਕੋਲ ਆ ਗਿਆ, ਜਿਵੇਂ ਮੰਨ ਲਓ ਆਪਾਂ ਇੱਕ ਇਨਸਾਨ ਬਾਰੇ ਗੱਲ ਕਰਦੇ ਹਾਂ, ਆਪਾਂ ਜੋਬਨ ਬਾਰੇ ਗੱਲ ਕਰਦੇ ਪਏ, ਆਪਾਂ ਕਹਿੰਦੇ ਕਿ ਜੋਬਨ ਇੱਕ ਬੜਾ ਵਧੀਆ ਇਨਸਾਨ ਹੈ, ਸੋ ਆਪਾਂ ਕਹਾਂਗੇ ਜੋਬਨ ਇਜ਼ ਅ ਗੁੱਡ ਪਰਸਨ। ਪਰ ਜਦੋਂ ਆਪਾਂ ਜੋਬਨ ਦਾ ਕਿਸੇ ਨਾਲ ਕੰਪੈਰੀਜ਼ਨ ਕਰਦੇ ਹਾਂ ਤੇ ਆਪਾਂ ਕਹਿੰਦੇ ਹਾਂ ਜੋਬਨ ਇਜ਼ ਅ ਬੈਟਰ ਪਰਸਨ। ਠੀਕ ਹੈ, ਸੋ ਹਮੇਸ਼ਾ ਜਦੋਂ ਕੰਪੈਰੀਟਿਵ ਡਿਗਰੀ ਆਉਂਦੀ ਹੈ ਨਾ, ਉਹਦੇ ਨਾਲ ਦੈਨ ਲੱਗਦਾ। ਠੀਕ ਹੈ, ਸੋ ਆਪਾਂ ਕਹਾਂਗੇ ਹੀ ਇਜ਼ ਬੈਟਰ ਦੈਨ ਸਮਵਨ। ਤੇ ਜਦੋਂ ਵੀ ਸੁਪਰਲੇਟਿਵ ਡਿਗਰੀ ਆਉਂਦੀ ਆ, ਜਿਵੇਂ ਆਪਾਂ ਕਹੀਏ ਜੋਬਨ ਇਜ਼ ਬੈਸਟ, ਤੇ ਉਹਦੇ ਨਾਲ ਹਮੇਸ਼ਾ ਦ ਲੱਗਦਾ। ਇਹਦੇ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਵਾ, ਜਦੋਂ ਵੀ ਤੁਸੀਂ ਹਾਈਐਸਟ ਲੋਐਸਟ ਵਰਡ ਲਿਖੋਗੇ ਤੇ ਉਹਦੇ ਨਾਲ ਤੁਹਾਨੂੰ ਦ ਲਗਾਉਣਾ ਜ਼ਰੂਰੀ ਹੈ। ਇਹ ਤੁਹਾਨੂੰ ਸੁਣਨ ਨੂੰ ਬਹੁਤ ਕਾਮਨ ਲੱਗਦਾ, ਬਟ ਤੁਹਾਨੂੰ ਨਹੀਂ ਪਤਾ ਕਿੰਨੇ ਲੋਕ ਇਸ ਚੀਜ਼ ਦੀ ਗਲਤੀ ਕਰਦੇ। ਸੋ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਟੂ ਦ ਚੈਨਲ। ਹੈਵ ਅ ਨਾਈਸ ਡੇ।